13th ਦਾ ਤੀਜਾ ਕੁਐਸਚਨ ਅਸੀਂ ਕਰਦੇ ਪਏ ਸੀਗੇ ਤੇ ਥਰਡ ਪਾਰਟ ਐਕਸੈਲਰੇਸ਼ਨ ਆ ਗਈ -2.5 ਮੀਟਰ ਪਰ ਸੈਕਿੰਡ ਸਕੁਆਇਰ। ਅਸੀਂ ਫਿਰ ਆ ਐਸ ਇਜ਼ ਇਕੁਅਲ ਟੂ ਦੀ ut ਡੈਸ਼ ਪਲੱਸ 1/2 at ਡੈਸ਼ ਸਕੁਆਇਰ ਦੇ ਫਾਰਮੂਲੇ 'ਚ ਆ ਸਾਰੀਆਂ ਵੈਲਿਊਜ਼ ਨੂੰ ਪੁੱਟ ਕਰਤਾ। ਪੁੱਟ ਕਰਨ ਤੋਂ ਬਾਅਦ ਜਦੋਂ ਸੋਲਵ ਕਰਾਂਗੇ, ਸੋਲਵ ਕਰਕੇ ਸਾਡੇ ਕੋਲ ਇੰਨਾ ਆਨਸਰ ਆ ਜਾਏਗਾ 125 ਮੀਟਰ। ਠੀਕ ਹੈ ਜੀ। ਨੈਕਸਟ ਦੇਖੋ ਵੀ 14th ਕੁਐਸਚਨ। 14th ਦੇ ਵਿੱਚ ਦਿੱਤਾ ਵੀ ਸਪੇਸ ਕਰਾਫਟ ਆ ਇੱਕ ਸਟ੍ਰੇਟ ਕੋਰਸ, ਮਤਲਬ ਸਿੱਧਾ ਚੱਲਦਾ ਪਿਆ, ਵੈਲੋਸਿਟੀ 75 ਕਿਲੋਮੀਟਰ ਪਰ ਸੈਕਿੰਡ ਦੇ ਹਿਸਾਬ ਨਾਲ ਚੱਲ ਰਿਹਾ ਤੇ ਰੋਕਟ ਮੋਟਰਸ ਫੋਰ 6 ਸੈਕਿੰਡ ਲਈ ਉਹ ਚੱਲ ਰਿਹਾ ਵਾ। ਐਟ ਦੀ ਐਂਡ ਆਫ ਦਿਸ ਟਾਈਮ ਇਟਸ ਸਪੀਡ ਇਜ਼ 120 ਕਿਲੋਮੀਟਰ ਪਰ ਸੈਕਿੰਡ। ਕਹਿੰਦਾ ਵੀ ਉਹ ਜਿਹੜੇ ਰੋਕਟ ਮੋਟਰ ਆ ਉਹਨੇ ਉਹਨੂੰ ਫਾਇਰ ਕੀਤਾ ਹੋਇਆ ਵਾ, ਮਤਲਬ ਐਕਸੈਲਰੇਟ ਹੁੰਦਾ ਪਿਆ। ਇਹਦਾ ਮਤਲਬ ਕੀ ਆ, ਉਹਦੀ ਸਪੀਡ ਵੱਧਦੀ ਪਈ ਆ ਜਦੋਂ ਰੋਕਟ ਉਹਨੂੰ, ਮਤਲਬ ਉਹ ਫੋਰਸ ਮਿਲਦੀ ਪਈ ਹੈ ਨਾ, ਫਾਇਰ ਹੋਈ ਆ, ਉਹ ਨਾਲ ਉਹਦੀ ਵੈਲੋਸਿਟੀ ਇਨਕਰੀਜ਼ ਹੋਈ ਆ। 75 ਤੋਂ ਉਹਦੀ ਕਿੰਨੀ ਪਹੁੰਚ ਗਈ ਵੈਲੋਸਿਟੀ 120। ਕਿੰਨੇ ਸਕਿੰਟਾਂ 'ਚ? 6 ਸਕਿੰਟਾਂ ਦੇ ਵਿੱਚ। ਕਹਿੰਦਾ ਵੀ ਉਹਦੀ ਐਕਸੈਲਰੇਸ਼ਨ ਕੱਢੋ। ਐਕਸੈਲਰੇਸ਼ਨ ਕਿੱਦਾਂ ਕੱਢਾਂਗੇ? v - u/t 120 - 75/6 45/6 ਆ ਗਿਆ। ਇਹਨੂੰ ਸੋਲਵ ਕਰਕੇ ਆ ਗਿਆ 7.5 ਕਿਲੋਮੀਟਰ ਪਰ ਸੈਕਿੰਡ ਸਕੁਆਇਰ। ਦੈਨ ਕਹਿੰਦਾ ਡਿਸਟੈਂਸ ਟਰੈਵਲ ਬਾਈ ਸਪੇਸ ਕਰਾਫਟ ਇਨ ਫਸਟ 10 ਸੈਕਿੰਡ ਆਫਟਰ ਦਾ ਰੋਕਟ ਮੋਟਰਸ ਵਰ ਸਟਾਰਟਡ। ਰੋਕਟ ਮੋਟਰ ਦੇ ਸਟਾਰਟ ਹੋਣ ਤੋਂ ਬਾਅਦ 10 ਸਕਿੰਟਾਂ 'ਚ ਉਹਨੇ ਕਿੰਨੀ ਡਿਸਟੈਂਸ ਟਰੈਵਲ ਕੀਤੀ, ਉਹ ਅਸੀਂ ਕੱਢਣੀ ਹੈ। ਉਹਦੇ ਲਈ ਅਸੀਂ ਕੱਢਾਂਗੇ ਕਿ 6 ਸੈਕਿੰਡ ਲਈ ਤਾਂ ਉਹਨੂੰ ਰੋਕਟ ਮੋਟਰ ਨੂੰ ਫਾਇਰ ਹੋਈ ਸੀ, ਮਤਲਬ ਐਕਸੈਲਰੇਟ ਹੋਇਆ ਸੀ। ਪਹਿਲੇ 6 ਸਕਿੰਟ ਜਿਹੜਾ ਨਾ D1 ਆ ਉਹ ਐਕਸੈਲਰੇਸ਼ਨ ਹੋਈ ਆ, ਪਰ ਅਗਲੇ 4 ਸੈਕਿੰਡ ਕੋਈ ਐਕਸੈਲਰੇਸ਼ਨ ਨਹੀਂ ਹੋਈ। ਟੋਟਲ 10 ਸੈਕਿੰਡ ਕਿਹਾ ਨਾ ਉਹਨੇ 10 ਸਕਿੰਟਾਂ 'ਚ ਕੱਢਣ ਨੂੰ, ਅਗਲੇ 4 ਸੈਕਿੰਡ ਕੋਈ ਵੀ ਐਕਸੈਲਰੇਸ਼ਨ ਨਹੀਂ ਹੋਈ। ਇਹਦਾ ਮਤਲਬ ਪਹਿਲੇ ਅਸੀਂ D1 ਕੱਢਦੇ ਹਾਂ ਵੀ ਜਦੋਂ ਉਹਦੀ ਐਕਸੈਲਰੇਸ਼ਨ ਹੋਈ ਸੀ, ਰੋਕਟ ਫਾਇਰ ਹੋਇਆ ਸੀਗਾ, ਫਾਇਰ ਇਟਸ ਰੋਕਟ ਮੋਟਰਸ ਹੋਈ ਸੀਗੀ 6 ਸੈਕਿੰਡ ਲਈ, ਉਦੋਂ ਕਿੰਨੀ ਉਹਨੇ ਦੂਰੀ ਤੈਅ ਕੀਤੀ ਉਹ ਆਪਾਂ ਕੱਢਦੇ ਹਾਂ। D1 = ut + 1/2 at ਸਕੁਆਇਰ। ਉਹਦੇ ਵਿੱਚ 6 ਸੈਕਿੰਡ ਟਾਈਮ ਆ, 75 ਕਿਲੋਮੀਟਰ ਪ੍ਰਤੀ ਸੈਕਿੰਡ ਉਹਦੀ ਵੈਲੋਸਿਟੀ ਇਨੀਸ਼ੀਅਲ ਆ ਉਹਦੀ ਐਕਸੈਲਰੇਸ਼ਨ ਆ। ਇਹਦੀਆਂ ਸਾਰਿਆਂ ਦੀਆਂ ਵੈਲਿਊਜ਼ ਟਾਈਮ ਵਗੈਰਾ ਦੀਆਂ ਭਰਨ ਤੋਂ ਬਾਅਦ ਸਾਡੇ ਕੋਲ D1 ਆ ਗਈ 585 ਕਿਲੋਮੀਟਰ। ਹੁਣ D2 ਜਿਹੜੀ ਆ ਉਹ ਅਗਲੇ 4 ਸਕਿੰਟ ਦੀ ਗੱਲ ਆ। ਅਗਲੇ 4 ਸੈਕਿੰਡ ਦੇ ਵਿੱਚ v × t, ਹੁਣ ਉਹਦੀ ਵੈਲੋਸਿਟੀ ਕਿੰਨੀ ਹੋ ਗਈ ਆ? 120 ਨਾਲ ਚੱਲੇਗਾ ਨਾ ਹੁਣ ਅੱਗੇ ਤਾਂ। 6 ਸਕਿੰਟ ਤਾਂ ਉਹਨੇ ਆਪਣੀ ਵੈਲੋਸਿਟੀ ਵਧਾਈ ਆ, ਬਾਅਦ 'ਚੋਂ ਤਾਂ ਕੌਨਸਟੈਂਟ ਵੈਲੋਸਿਟੀ ਨਹੀਂ ਜਾਣਾ। 6 ਸੈਕਿੰਡ ਤਾਂ ਉਹਨੇ ਆਪਣੀ ਵੈਲੋਸਿਟੀ ਵਧਾਈ, ਬਾਅਦ 'ਚੋਂ ਹੁਣ ਕੌਨਸਟੈਂਟ ਵੈਲੋਸਿਟੀ ਨਾਲ ਚੱਲਿਆ ਤੇ ਅਸੀਂ ਕੱਢਣੀ ਕੀ ਆ? ਡਿਸਟੈਂਸ ਟਰੈਵਲ। ਤੇ ਉਹ ਹੁਣ ਅਸੀਂ ਕੱਢਣ ਜਾ ਰਹੇ ਹਾਂ ਬਾਅਦ 'ਚੋਂ ਦੇ ਅਗਲੇ 4 ਸੈਕਿੰਡ 'ਚ ਉਹਨੇ ਕਿੰਨੀ ਡਿਸਟੈਂਸ ਕਵਰ ਕੀਤੀ। ਵੈਲੋਸਿਟੀ ਗੁਣਾ ਟਾਈਮ, 4 × 120 480 ਕਿਲੋਮੀਟਰ। ਸੋ ਟੋਟਲ ਡਿਸਟੈਂਸ ਟਰੈਵਲ ਉਹਦਾ ਕਿੰਨਾ ਆ ਜਾਊਗਾ? 585 + 480 ਦੈਟ ਇਜ਼ 1065 ਕਿਲੋਮੀਟਰ ਆ ਜਾਊਗਾ, 1065 ਕਿਲੋਮੀਟਰ। ਨੈਕਸਟ ਦੇਖੋ ਵੀ 15th ਕੁਐਸਚਨ। 15th ਕੁਐਸਚਨ 'ਚ ਦੇਖੋ ਵੀ ਟ੍ਰੇਨ ਸਟਾਰਟਸ ਫਰੋਮ ਰੈਸਟ ਤੋਂ ਚੱਲੀ ਹੈ U0 ਐਂਡ ਐਕਸੈਲਰੇਟਸ ਯੂਨੀਫਾਰਮਲੀ ਐਟ ਰੇਟ ਆਫ ਦਿਸ ਵਨ, ਤੇ ਉਹਨੇ ਐਕਸੈਲਰੇਟ ਕੀਤਾ ਫੋਰ 10 ਸੈਕਿੰਡ ਲਈ 10 ਸੈਕਿੰਡ ਲਈ। ਇਟ ਦੈਨ ਮੇਨਟੇਨਸ ਏ ਕੌਨਸਟੈਂਟ ਸਪੀਡ ਫੋਰ 200 ਸੈਕਿੰਡ। ਕਹਿੰਦਾ ਇਹਨੇ ਨਾ ਮੁੜ ਕੇ 10 ਸੈਕਿੰਡ ਤਾਂ ਪਹਿਲੇ ਐਕਸੈਲਰੇਟ ਹੋਈ ਹੈ ਟ੍ਰੇਨ, 10 ਸੈਕਿੰਡ 'ਚ ਐਕਸੈਲਰੇਸ਼ਨ ਹੋਈ ਆ, ਮਤਲਬ ਵੈਲੋਸਿਟੀ ਵਧੀ ਆ। ਫਿਰ 200 ਸੈਕਿੰਡ ਇਹਨੇ ਆਪਣੀ ਵੈਲੋਸਿਟੀ ਨੂੰ ਕੌਨਸਟੈਂਟ ਰੱਖਿਆ ਵਾ। 200 ਸੈਕਿੰਡ ਇਹਨੇ ਆਪਣੀ ਵੈਲੋਸਿਟੀ ਨੂੰ ਕੌਨਸਟੈਂਟ ਰੱਖਿਆ। ਜਿਹੜਾ ਮੈਂ ਰਫ ਜਿਹਾ ਬਣਾਉਂਦਾ ਵੈਲੋਸਿਟੀ ਟਾਈਮ ਗ੍ਰਾਫ ਆ, ਠੀਕ ਹੈ ਜੀ। 200 ਸੈਕਿੰਡ ਉਹਨੇ ਆਪਣੀ ਵੈਲੋਸਿਟੀ ਨੂੰ ਕੌਨਸਟੈਂਟ ਰੱਖਿਆ, ਫਿਰ ਬ੍ਰੇਕ ਅਪਲਾਈ ਕੀਤੀ ਆ। ਐਂਡ ਟ੍ਰੇਨ ਇਜ਼ ਯੂਨੀਫਾਰਮਲੀ ਰਿਟਾਰਡਡ ਐਂਡ ਕਮਸ ਟੂ ਰੈਸਟ ਇਨ 50 ਸੈਕਿੰਡ। ਮੁੜ ਕੇ ਰੈਸਟ 'ਚ ਆਉਣ ਨੂੰ ਲੱਗੇ ਆ, ਮਤਲਬ ਆ ਉਹਦਾ ਗ੍ਰਾਫ ਆ। ਐਕਸੈਲਰੇਸ਼ਨ, ਯੂਨੀਫਾਰਮ ਵੈਲੋਸਿਟੀ, ਫਿਰ ਰਿਟਾਰਡੇਸ਼ਨ ਹੋਈ। ਠੀਕ ਹੈ ਜੀ। ਫਾਈਂਡ ਦਾ ਮੈਕਸਿਮਮ ਵੈਲੋਸਿਟੀ ਰੀਚਡ। ਮੈਕਸਿਮਮ ਵੈਲੋਸਿਟੀ ਦਾ ਆਈਐਸ ਪੁਆਇੰਟ 'ਤੇ ਆਈ ਨਾ ਜਦੋਂ ਐਕਸੈਲਰੇਸ਼ਨ ਕੀਤੀ, ਅਤੇ ਉਸ ਤੋਂ ਬਾਅਦ ਮੈਕਸਿਮਮ ਵੈਲੋਸਿਟੀ ਆਈ। ਉਹ ਕਿੱਦਾਂ ਕੱਢਾਂਗੇ ਆਪਾਂ? 10 ਸੈਕਿੰਡ ਹੋਈ ਨਾ ਐਕਸੈਲਰੇਟ, ਸੋ u + at। u ਕਿੰਨਾ 0, ਰੈਸਟ ਤੋਂ ਚੱਲੀ। ਐਕਸੈਲਰੇਸ਼ਨ 2 ਦੀ ਸੀ ਸਟਾਰਟਿੰਗ 'ਚ, 10 ਸੈਕਿੰਡ ਉਹਨੇ ਐਕਸੈਲਰੇਟ ਕੀਤਾ ਸੀ, ਸੋ 20 ਮੀਟਰ ਪਰ ਸੈਕਿੰਡ ਉਹਦੀ ਵੈਲੋਸਿਟੀ ਆ ਗਈ ਆਫਟਰ 10 ਸੈਕਿੰਡ। ਦੈਨ ਉਹਦੀ ਹੁਣ ਆਪਾਂ ਰਿਟਾਰਡੇਸ਼ਨ ਕੱਢਣੀ ਆ। ਰਿਟਾਰਡੇਸ਼ਨ ਕਿੰਨੀ ਆਊਗੀ ਇਨ ਦੀ ਲਾਸਟ 50 ਸੈਕਿੰਡ? 20 ਬਣਾ ਕੇ ਵੈਲੋਸਿਟੀ ਫਿਰ ਦੁਬਾਰਾ 0 'ਤੇ ਆਈ ਨਾ। 20 ਬਣਾ ਕੇ ਵੈਲੋਸਿਟੀ ਫਿਰ ਦੁਬਾਰਾ 0 'ਤੇ ਆਈ ਆ। 20/50 ਕਰਾਂਗੇ। 20/50 ਕੀਤਾ ਕਿੰਨਾ ਆ ਗਿਆ? 0.4 ਮੀਟਰ ਪਰ ਸੈਕਿੰਡ ਸਕੁਆਇਰ। ਇਹਦੀ ਕੀ ਆ? ਰਿਟਾਰਡੇਸ਼ਨ। 20 ਮੀਟਰ ਪਰ ਸੈਕਿੰਡ ਤੋਂ ਫਿਰ ਉਹ 0 'ਤੇ ਆ ਗਈ ਆ 50 ਸੈਕਿੰਡ ਦੇ ਵਿੱਚ, ਸੋ ਉਹਦੀ 0.4 ਮੀਟਰ ਪਰ ਸੈਕਿੰਡ ਸਕੁਆਇਰ ਕੀ ਆ? ਰਿਟਾਰਡੇਸ਼ਨ। ਹੁਣ ਉਹਦਾ ਅਗਲਾ ਕੀ ਕੱਢਣਾ ਅਸੀਂ? ਟੋਟਲ ਡਿਸਟੈਂਸ ਟਰੈਵਲਡ। ਟੋਟਲ ਡਿਸਟੈਂਸ ਟਰੈਵਲ ਉਹਦੀ ਕਿੱਦਾਂ ਕੱਢਾਂਗੇ? ਪਹਿਲੋਂ ਯੂਨੀਫਾਰਮ ਐਕਸੈਲਰੇਸ਼ਨ ਨਾਲ, ਫਿਰ ਯੂਨੀਫਾਰਮ ਵੈਲੋਸਿਟੀ ਨਾਲ, ਫਿਰ ਯੂਨੀਫਾਰਮ ਰਿਟਾਰਡੇਸ਼ਨ ਨਾਲ। ਟੋਟਲ ਡਿਸਟੈਂਸ ਲਈ ਸਾਨੂੰ ਆ ਏਰੀਆ ਕੱਢਣਾ ਪੈਣਾ। ਅਸੀਂ ਇਸ ਚੱਕਰ 'ਚ ਨਹੀਂ ਏਰੀਏ ਦੇ 'ਚ ਪੈਂਦੇ। D1 D2 D3, ਮਤਲਬ D1 ਪਹਿਲੇ ਆਹ ਵਾਲੇ 10 ਸੈਕਿੰਡ ਦੀ, ਫਿਰ ਅਗਲੇ 200 ਸੈਕਿੰਡ ਦੀ, ਫਿਰ ਅਗਲੇ 50 ਸੈਕਿੰਡ ਦੀ ਡਿਸਟੈਂਸ ਨੂੰ ਕੱਢ ਕੇ ਕੀ ਕਰਾਂਗੇ? ਐਡ।
ਹੁਣ ਪਹਿਲੇ D1 ਕੱਢਦੇ ਹਾਂ, ਯੂਨੀਫਾਰਮ ਐਕਸੈਲਰੇਸ਼ਨ ਵਾਲੀ। ਸ਼ੁਰੂ 'ਚ ਵੈਲੋਸਿਟੀ ਕਿੰਨੀ ਸੀ, 0 ਆ ਤਾਂ ਚੀਜ਼ ਹੀ ਖਤਮ ਹੋ ਗਈ। 1/2 ਗੁਣਾ ਐਕਸੈਲਰੇਸ਼ਨ 2 ਫੋਰ 10 ਸੈਕਿੰਡ ਹੋਈ ਸੀ, ਇੱਥੋਂ 100 ਮੀਟਰ ਚੱਲੀ ਐਕਸੈਲਰੇਸ਼ਨ ਦੇ ਪੀਰੀਅਡ 'ਚ। ਫਿਰ ਯੂਨੀਫਾਰਮ ਵੈਲੋਸਿਟੀ ਕਿੰਨੀ ਉਹਨੇ ਕਰ ਲਈ ਸੀਗੀ, ਮਤਲਬ ਐਕਵਾਇਰ ਕਿੰਨੀ ਕਰ ਲਈ ਸੀ ਵੈਲੋਸਿਟੀ ਉਹਨੇ, 20 ਮੀਟਰ ਪਰ ਸੈਕਿੰਡ ਦੀ। ਕਿੰਨਾ ਚਿਰ ਰਹੀ ਉਹ ਵੈਲੋਸਿਟੀ ਉਹਦੀ, 200 ਸੈਕਿੰਡ। 20 × 200 ਕੀਤਾ, 4000 ਮੀਟਰ ਉਹ ਚੱਲੀ ਹੈ ਯੂਨੀਫਾਰਮ ਵੈਲੋਸਿਟੀ ਨਾਲ। ਫਿਰ ਬਾਅਦ 'ਚ ਉਹਨੇ ਕੀਤੀ ਰਿਟਾਰਡੇਸ਼ਨ ਆਪਣੀ, ਰਿਟਾਰਡੇਸ਼ਨ ਉਹਦੀ ਕਿੰਨੀ ਹੈ, 0.4 ਮੀਟਰ ਪਰ ਸੈਕਿੰਡ ਸਕੁਆਇਰ, ਅਤੇ ਐਕਸੈਲਰੇਸ਼ਨ ਇਸ ਪੀਰੀਅਡ 'ਚ ਫਿਰ ਕੀ ਹੋਊਗੀ, -0.4। ਕਿਹੜੇ ਪੀਰੀਅਡ ਦੀ ਗੱਲ ਕਰਦੇ ਪਏ, D3 ਵਾਲੇ, ਯੂਨੀਫਾਰਮ ਰਿਟਾਰਡੇਸ਼ਨ ਵਾਲੇ। ਅਤੇ ਹੁਣ ਆਪਾਂ ਥਰਡ ਪੀਰੀਅਡ ਜਿਹੜਾ ਸੀਗਾ ਇਹਦਾ ਤੀਜਾ ਹਿੱਸਾ ਸੀ, ਉਹਦੇ ਵਿੱਚ ਉਹਦੀ ਵੈਲੋਸਿਟੀ ਇਨੀਸ਼ੀਅਲ ਕਿੰਨੀ, 20 ਨਾਲ ਚੱਲ ਰਹੀ ਸੀ ਨਾ, ਜਦੋਂ ਇੱਥੋਂ ਪਹੁੰਚ ਕੇ ਇੱਥੇ ਪਹੁੰਚੀ ਹੈ 20 ਨਾਲ ਚੱਲ ਰਹੀ ਸੀ, ਬਾਅਦ 'ਚ 0 ਹੋਈ ਹੈ। 20 × 50 ਟਾਈਮ ਸੀਗਾ ਲਾਸਟ ਵਾਲੇ ਦਾ। 1/2 ਐਕਸੈਲਰੇਸ਼ਨ ਕਿੰਨੀ, -0.4, ਕਿਉਂਕਿ ਰਿਟਾਰਡੇਸ਼ਨ ਹੋਈ ਹੈ, ਅਤੇ 50 ਦਾ ਸਕੁਆਇਰ ਕਰਤਾ ਕਿਉਂਕਿ ਟਾਈਮ ਇੰਨਾ ਵਾ, ਇਹਨੂੰ ਸੋਲ ਕੀਤਾ, ਇਹ ਸੋਲ ਕਰਕੇ ਆ ਗਿਆ 500 ਮੀਟਰ। ਹੁਣ ਸੋ ਤਿੰਨੇ ਡਿਸਟੈਂਸ ਅਸੀਂ ਐਡ ਕੀਤੀਆਂ, ਕਿੰਨਾ ਆ ਗਈਆਂ, 4600 ਮੀਟਰ। 100 ਮੀਟਰ ਪਹਿਲੀ ਆਈ ਸੀ, 4000 ਮੀਟਰ ਵਿਚਕਾਲੇ ਵਾਲੀ ਆਈ ਸੀ, ਅਤੇ ਐਂਡਲੀ 500 ਮੀਟਰ ਆਈ ਸੀ। ਟੋਟਲ ਕਿੰਨੀ ਹੋ ਗਈ, 4600 ਮੀਟਰ। ਹੁਣ ਉਹ ਕਹਿੰਦਾ ਵੀ ਐਵਰੇਜ ਵੈਲੋਸਿਟੀ ਕੱਢੋ, ਐਵਰੇਜ ਵੈਲੋਸਿਟੀ ਆਫ ਦੀ ਟ੍ਰੇਨ। ਟੋਟਲ ਡਿਸਪਲੇਸਮੈਂਟ ਅਪੋਨ ਟਾਈਮ, ਟੋਟਲ ਡਿਸਪਲੇਸਮੈਂਟ ਅਪੋਨ ਟਾਈਮ, ਟੋਟਲ ਡਿਸਪਲੇਸਮੈਂਟ ਕਿੰਨੀ ਹੋਈ, 4600 ਮੀਟਰ। ਟਾਈਮ ਕਿੰਨਾ ਲੱਗਾ, 10 ਸੈਕਿੰਡ ਪਹਿਲਾਂ, 200 ਬਾਅਦ 'ਚੋਂ, 210 + 50, 260 ਸੈਕਿੰਡ। ਅਤੇ ਇਹਨਾਂ ਨੂੰ ਡਿਵਾਈਡ ਕਰਾਂਗੇ, ਡਿਵਾਈਡ ਕਰਕੇ ਇਹ 2 ਦੇ ਪਹਾੜੇ ਦੇ ਕੱਟੇ 13, 230 ਨੂੰ 13 ਨਾਲ ਡਿਵਾਈਡ ਕੀਤਾ, 17.69 ਮੀਟਰ ਪਰ ਸੈਕਿੰਡ ਇਹਦੀ ਵੈਲੋਸਿਟੀ ਆ ਗਈ। ਸੋ ਇਹਦੇ ਨਾਲ ਸਾਡੇ ਆ ਸਾਰੇ ਨੂਮੈਰੀਕਲਸ ਕੰਪਲੀਟ ਹੁੰਦੇ ਆ। ਅਤੇ ਇਸ ਨੂਮੈਰੀਕਲ ਦੀ ਵੀਡੀਓ ਨੂੰ ਦੋ ਕੁ ਵਾਰੀ ਰਿਪੀਟ ਕਰੋਗੇ, ਫਿਰ ਤੋਂ ਆਉਣੇ, ਅਤੇ ਬਾਅਦ 'ਚੋਂ ਆਪਣੇ ਆਪ ਕਰੋਗੇ, ਫਿਰ ਆਉਣੇ। ਠੀਕ ਹੈ ਜੀ, ਥੈਂਕ ਯੂ।